ਕਾਂਗਰਸ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਿਆ ਤੇ 3-4 ਪੁਰਾਣੇ ਲੀਡਰ ਕਾਂਗਰਸ ਪਾਰਟੀ ਨੂੰ ਛੱਡ ਕੇ ਚਲੇ ਗਏ। ਸਿਕਿਉਰਿਟੀ ਦੇ ਵਜੋਂ ਬੀਜੇਪੀ ਦਾ ਦਾਮਨ ਜਿਹੜਾ ਇਹਨਾਂ ਨੇ ਫੜੇ। ਹੁਣ ਪਹਿਲਾਂ ਅਸੀਂ ਕਾਂਗਰਸ, ਹੁਣ ਅਸੀਂ ਬੀਜੇਪੀ 'ਚ ਉਹੀ ਬੀਜੇਪੀ ਹੈ ਜਿਹਨੂੰ ਇਹ ਰੋਜ਼ ਗਾਲਾਂ ਕੱਢਦੇ ਹੁੰਦੇ। ਸੋ ਕਹਿਣ ਦਾ ਭਾਵ ਹੈ ਕਿ ਇਹ ਕੇਵਲ ਆਪਣੇ ਹੱਸੇ ਬਣੇ, ਆਪਦੇ ਪਰਿਵਾਰਾਂ ਹੱਸੇ ਬਣੇ, ਲੋਕਾਂ ਹੱਸੇ ਨਹੀਂ ਬਣੇ। ਇਹਨਾਂ ਨੂੰ ਆਪਦੇ ਘਰੇ ਲੀਡਰੀ ਚਾਹੀਦੀ ਹੈ। ਤੁਹਾਨੂੰ ਪੰਜਾਬ ਦੇ ਲੋਕ ਹੁਣ ਮੂੰਹ ਨਹੀਂ ਲਾਉਣਗੇ ਕਿਸੇ ਪਾਰਟੀ ਚਲੇ ਜਾਓ, ਕਿਉਂਕਿ ਇਧਰੋਂ ਖਾ ਲਿਆ, ਇਧਰੋਂ ਖਾਇਆ, ਇਧਰੋਂ ਖਾ ਲਿਆ। ਤੁਹਾਡਾ ਪਿਆਰ ਚਾਹੀਦਾ। ਇਹੋ ਜਿਹਾ ਨੂੰ ਤਾਂ ਰੋਲ ਦਿਆਂਗੇ, ਰੋਲ। ਵਾਕ ਕਰ ਰਿਹਾ ਸੀਗਾ, ਸੋ ਇੱਥੇ ਕਾਫੀ ਦਿਨ ਹੋ ਗਏ ਵਾਕ ਕਰਨ ਦਾ ਮੌਕਾ ਨਹੀਂ ਮਿਲਿਆ। ਔਰ ਨਾ ਗੱਲਾਂ ਬਾਤਾਂ ਕਰਨੀਆਂ ਚਾਹੁੰਦਾ ਹੈ। ਕੁਝ ਲੋਕ ਸੋਚ ਰਹੇ ਹੋਣਗੇ ਕਿ ਅੱਜ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਿਆ ਤੇ 3-4 ਪੁਰਾਣੇ ਲੀਡਰ ਕਾਂਗਰਸ ਪਾਰਟੀ ਨੂੰ ਛੱਡ ਕੇ ਚਲੇ ਗਏ। ਇਹ ਬਿਲਕੁਲ ਗੱਲ ਠੀਕ ਹੈ, ਲੇਕਿਨ ਤੁਹਾਨੂੰ ਦੱਸਣਾ ਚਾਹਣਾ ਇਹ ਤਿੰਨੋਂ ਲੀਡਰ ਜਾਂ ਪਹਿਲਾਂ ਵੀ ਕੁਝ ਵਿਅਕਤੀ ਗਏ, ਉਹ ਨੇ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਜਦੋਂ ਰੀਸ਼ਫਲ ਹੋਈ ਮੰਤਰੀ ਬਣਾਇਆ ਦੂਜੀ ਵਾਰੀ ਚੰਨੀ ਸਰਕਾਰ ਦੇ ਵਿੱਚ, ਇਹਨਾਂ ਨੂੰ ਉਤਾਰ ਦਿੱਤਾ ਗਿਆ। ਵੈਸੇ ਤਾਂ ਕਾਂਗਰਸ ਪਾਰਟੀ ਘੱਟ ਐਕਸ਼ਨ ਲੈਂਦੀ ਹੈ ਕਿਸੇ ਵੀ ਵਿਅਕਤੀ ਤੇ, ਲੇਕਿਨ 4 ਬੰਦੇ ਉਤਾਰੇ ਗਏ, ਜਿਨ੍ਹਾਂ ਵਿੱਚੋਂ 3 ਇਹ ਸਨ। ਸੋਢੀ ਸਾਹਿਬ ਇਸ ਤੋਂ ਪਹਿਲਾਂ ਉਹ ਵੀ ਬੀਜੇਪੀ ਚਲੇ ਗਏ। ਸੋ ਸੁਭਾਵਿਕ ਸੀਗਾ ਕਿ ਇਹਨਾਂ ਨੇ ਕਦੇ ਨਾ ਕਦੇ ਜਾਣਾ ਹੀ। ਨਾਲ ਹੀ ਨਾਲ ਇਹਨਾਂ ਵਿੱਚੋਂ 3-4 ਚੁਣਾਵ ਲੜੇ ਪਾਰਟੀ ਦੇ ਅੰਦਰ। ਇਹੀ ਤਿੰਨੋਂ ਲੋਕ ਓਪਰਚੁਨਿਟੀ ਦੇਖਦੇ ਰਹੇ ਕਿ ਸ਼ਾਇਦ, ਹਾਲਾਂਕਿ ਕੋਈ ਗੁੱਸਾ ਹੁੰਦਾ, ਗਿਲਾ ਹੁੰਦਾ ਔਰ ਗੈਰਤ ਹੁੰਦੀ ਤਾਂ ਇਹ ਛੱਡ ਕੇ ਚਲੇ ਜਾਂਦੇ, ਲੇਕਿਨ ਇਹ ਗਏ ਨਹੀਂ। ਇਹਨਾਂ ਨੂੰ ਫੇਰ ਲੱਗਿਆ ਕਿ ਅਸੀਂ ਕਿਵੇਂ ਨਾ ਕਿਵੇਂ ਹੋ ਸਕ, ਔਰ ਇਹਨਾਂ ਲੋਕਾਂ ਨੂੰ ਇਹਨਾਂ ਨੇ ਓਪਰਚੁਨਿਟੀ ਅਵੇਲ ਕੀਤੀ, ਦੁਬਾਰਾ ਕਾਂਗਰਸ ਪਾਰਟੀ 'ਚ ਰਹੇ ਤੇ ਟਿਕਟ ਲਈਆਂ ਤੇ ਚੁਣਾਵ ਲੜੇ। ਔਰ ਅੱਜ ਇਹ ਫੇਰ ਦੁਬਾਰਾ ਪਾਰਟੀ ਨੂੰ, ਦੁਬਾਰਾ ਨਹੀਂ ਕਿ ਪਾਰਟੀ ਨੂੰ ਛੱਡ ਕੇ ਚਲੇ ਗਏ ਬਿਨਾਂ ਕਿਸੇ ਗੱਲਬਾਤ ਤੋਂ। ਉਹਦੇ ਪਿੱਛੇ ਕਾਰਨ ਇੱਕ ਹੀ ਸੀਗਾ ਕਿ ਮੈਨੂੰ ਜੋ ਲੱਗਦਾ ਕਿ ਇਹਨਾਂ ਉੱਤੇ ਜਿਹੜੇ ਸਵਾਲ ਚੁੱਕੇ ਗਏ ਸੀ ਲੋਕਾਂ ਵੱਲੋਂ, ਉਹ ਹੁਣ ਜਵਾਬ ਸੋ ਇਸ ਕਰਕੇ ਇਹ ਲੋਕ, ਇਹਨਾਂ ਨੇ ਅੱਜ ਸਿਕਿਉਰਿਟੀ ਦੇ ਵਜੋਂ ਬੀਜੇਪੀ ਦਾ ਦਾਮਨ ਜਿਹੜਾ ਇਹਨਾਂ ਨੇ ਫੜੇ ਤਾਂ ਜੋ ਸਾਨੂੰ ਕੋਈ ਬਚਾ ਕੇ ਰੱਖੇ। ਚਲੋ ਕੋਈ ਗੱਲ ਨਹੀਂ, ਮੁਬਾਰਕਾਂ ਇਹਨਾਂ ਲੋਕਾਂ ਨੂੰ। ਕੀ ਸੋਚ ਰੱਖਦੇ ਨੇ ਸਮਝਦੇ ਨੇ। ਔਰ ਮੇਰੀ ਅੱਜ ਇਹਨਾਂ ਸਾਰਿਆਂ ਦੇ ਇਲਾਕਿਆਂ 'ਚ ਐਮਸੀ ਸਾਹਿਬਾਨਾਂ ਨਾਲ, ਸਰਪੰਚ ਸਾਹਿਬਾਨਾਂ ਨਾਲ, ਬਲਾਕ ਪ੍ਰਧਾਨਾਂ ਨਾਲ ਗੱਲ ਹੋਈ, ਚਾਹੇ ਹੁਸ਼ਿਆਰਪੁਰ ਹੈ, ਚਾਹੇ ਰਾਮਪੁਰਾ ਫੂਲ ਹੈ, ਮੋਹਾਲੀ ਹੈ।
ਉਹਨਾਂ ਨੂੰ ਮੈਂ ਪੁੱਛਿਆ ਕਿ ਤੁਹਾਡੇ ਨਾਲ ਇਹਨਾਂ ਨੇ ਸਲਾਹ ਮਸ਼ਵਰਾ ਕੀਤਾ, ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਇਹਨਾਂ ਨੇ ਸਾਡੇ ਨਾਲ ਕੋਈ ਸਲਾਹ ਨਹੀਂ ਕੀਤੀ, ਨਾ ਸਾਨੂੰ ਪੁੱਛਿਆ ਗਿਆ। ਇਹ ਸਾਡੇ ਵਾਸਤੇ ਹੋਰ ਚੰਗੀ ਗੱਲ ਹੋਈ ਹੈ, ਕਿਉਂਕਿ ਬਿਨਾਂ ਸਲਾਹ ਮਸ਼ਵਰੇ ਉਹਨਾਂ ਲੋਕਾਂ ਨੂੰ ਗੁਜ਼ਾਰਿਸ਼ ਕਰਦਾ ਹੈ ਕਿ ਜਦੋਂ ਤੁਹਾਡੇ ਨਾਲ ਇਹਨਾਂ ਲੋਕਾਂ ਨੇ ਸਲਾਹ ਨਹੀਂ ਕੀਤੀ, ਇਹਨਾਂ ਨੇ ਪੁੱਛਿਆ ਨਹੀਂ ਤੁਹਾਨੂੰ ਜਾਣ ਵੇਲੇ, ਤਾਂ ਤੁਹਾਨੂੰ ਇਹਨਾਂ ਦੇ ਨਾਲ ਇਹਨਾਂ ਦਾ ਸਾਥ ਨਹੀਂ ਦੇਣਾ ਚਾਹੀਦਾ। ਲੋਕ ਵੱਡੇ ਓਪਰਚੁਨਿਸਟ ਹੈ, ਇਹ ਆਪਦਾ ਫਾਇਦਾ, ਕੇਵਲ ਆਪਦਾ ਫਾਇਦਾ ਸੋਚਦੇ ਹੈ, ਔਰ ਇਹ ਤੁਹਾਨੂੰ ਵੇਚ ਕੇ ਆਏ ਹੈ ਕਿ ਹੁਣ ਪਹਿਲਾਂ ਅਸੀਂ ਕਾਂਗਰਸ, ਹੁਣ ਅਸੀਂ ਬੀਜੇਪੀ 'ਚ, ਉਹੀ ਬੀਜੇਪੀ ਹੈ ਜਿਹਨੂੰ ਇਹ ਰੋਜ਼ ਗਾਲਾਂ ਕੱਢਦੇ ਹੁੰਦੇ ਸੀ। ਸੋ ਇਸ ਗੱਲ ਦਾ ਧਿਆਨ ਰੱਖਿਓ, ਇਹਨਾਂ ਦਾ ਸਾਥ ਦੇਣ ਦੀ ਲੋੜ ਨਹੀਂ ਸਾਹਿਬਾਨਾਂ ਵਾਸਤੇ, ਸਰਪੰਚ ਸਾਹਿਬਾਨਾਂ ਵਾਸਤੇ, ਬਲਾਕ ਪ੍ਰਧਾਨਾਂ ਵਾਸਤੇ, ਕਿਉਂਕਿ ਅੱਜ ਤੁਹਾਡੇ ਵਰਗਾ ਵਿਅਕਤੀ ਜਿਹੜਾ ਰਾਜਨੀਤਿਕ ਪਿਛੋਕੜ ਕੋਈ ਨਹੀਂ ਸੀਗਾ, ਜਿਹੜਾ ਇੱਕ ਆਮ ਘਰੋਂ ਉੱਠ ਕੇ, ਮੇਰਾ ਬਾਪ ਸਰਪੰਚ ਵੀ ਨਹੀਂ ਸੀਗਾ, ਕਾਂਗਰਸ ਪਾਰਟੀ ਦਾ ਪ੍ਰਧਾਨ ਬਣ ਗਿਆ ਹੈ। ਔਰ ਮੈਂ ਕਦੇ ਕਦੇ ਸੋਚਦਾ ਸੀਗਾ ਕਿ ਮੈਂ ਕਿੰਨੇ ਲੀਡਰ ਨਵੇਂ ਦੇ ਕੇ ਜਾਵਾਂ ਸਿਸਟਮ ਨੂੰ, ਕਿਉਂਕਿ ਅਗਰ ਜਾਖੜ ਸਾਹਿਬ ਦੀ ਗੱਲ ਕਰੀਏ, ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਕੋਈ ਐਮਐਲਏ ਜਾਂ ਕੋਈ ਵਿਅਕਤੀ ਲੀਡਰ ਤਿਆਰ ਕੀਤਾ ਹੋਵੇ, ਉਹ ਨਾਮ ਦੱਸ ਦੇਣ ਅਗਰ ਮੈਂ ਉਹਨਾਂ ਨੇ ਕੋਈ ਨਵੇਂ ਬੰਦੇ ਨੂੰ ਮੌਕਾ ਦਿੱਤਾ ਹੋਵੇ। ਸੇਮ ਬਲਬੀਰ ਸਿੱਧੂ ਦੱਸ ਦੇਣ, ਕਾਂਗੜ ਸਾਹਿਬ ਦੱਸ ਦੇਣ। ਹਾਲਾਂਕਿ ਜਾਖੜ ਸਾਹਿਬ ਨੂੰ ਜਦੋਂ ਮੌਕਾ ਮਿਲਿਆ ਪਾਰਟੀ ਦਾ ਪ੍ਰਧਾਨ ਤੇ ਕਾਂਗਰਸ ਪਾਰਟੀ ਦੇ ਰਾਜ ਦੇ ਵਿੱਚ, ਉਹਨਾਂ ਨੇ ਸਭ ਤੋਂ ਪਹਿਲਾਂ ਆਪਦੇ ਭਤੀਜੇ ਨੂੰ ਚੇਅਰਮੈਨ ਬਣਾਇਆ, ਅਜੇ ਸਿੰਘ ਜੀ ਨੂੰ। ਫਿਰ ਮੌਕਾ ਮਿਲਿਆ, ਹਾਰਨ ਤੋਂ ਬਾਅਦ ਮੈਂਬਰ ਆਫ ਪਾਰਲੀਮੈਂਟ ਲੜ ਪਏ, ਔਰ ਜਦੋਂ ਹੁਣ ਮੌਕਾ ਮਿਲਿਆ ਤਾਂ ਫਿਰ, ਤੇ ਜੇ 65 ਸਾਲਾਂ ਦੀ 62 ਸਾਲਾਂ ਦੀ ਉਮਰ 'ਚ ਸੋਚ ਨਹੀਂ ਬਦਲੀ ਤਾਂ ਅੱਗੇ ਵੀ ਨਹੀਂ ਬਦਲੇ। ਬਲਬੀਰ ਸਿੰਘ ਸਿੱਧੂ ਨੂੰ ਮੌਕਾ ਮਿਲਿਆ, ਉਹਨਾਂ ਨੇ ਵੀ ਆਪਦੇ ਬ੍ਰਦਰ ਨੂੰ ਬਣਾਇਆ ਮੇਅਰ, ਲੋਕ ਤਾਹਾਂ ਮਾਰਦੇ ਰਹਿ ਗਏ। ਇੱਕ ਜੈਨ ਸਾਹਿਬ ਵਰਗੇ ਲੋਕ ਉੱਥੇ MCC 4 ਵਾਰੀ ਜਿੱਤੇ, ਬੇਟੇ ਨੂੰ ਯੂਥ ਕਾਂਗਰਸ, ਕਿਉਂਕਿ ਇਹਨਾਂ ਦੇ ਮਨ 'ਚ ਡਰ ਸੀ ਕਿ ਕੋਈ ਹੋਰ ਨੌਜਵਾਨ ਖੜਾ ਨਾ ਹੋ ਜੇ, ਜਿਵੇਂ ਇਹਨਾਂ ਸਭ ਲੋਕਾਂ ਦੇ, ਕਿ ਅਗਰ ਕੋਈ ਨੌਜਵਾਨ ਖੜਾ ਹੋ ਗਿਆ ਤਾਂ ਉਹ ਸਾਡੀ ਧੌਣ ਤੇ ਗੋਡਾ ਰੱਖ ਲੇਗਾ। ਫਿਰ ਆਪਦੇ PA ਨੂੰ ਬਣਾਇਆ, ਰਿਸ਼ਤੇਦਾਰ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ। ਇਸੇ ਤਰ੍ਹਾਂ ਹੀ ਕਾਂਗੜ ਸਾਹਿਬ ਨੇ, ਕਾਂਗੜ ਸਾਹਿਬ ਜੀ ਆਪ ਬਣੇ, ਮੁੰਡੇ ਨੂੰ ਬਣਾਇਆ ਕੋਆਪਰੇਟਿਵ ਬੈਂਕ ਦਾ ਚੇਅਰਮੈਨ, ਕੁੜਮ ਨੂੰ ਬਣਾਇਆ ਹਾਊਸਫਿਟ ਦਾ ਚੇਅਰਮੈਨ। ਸੋ ਇਹ ਸਿਲਸਿਲਾ ਇਹਨਾਂ ਲੀਡਰ ਸਾਹਿਬਾਨਾਂ ਨੇ, ਚਾਹੇ ਸੋਢੀ ਸਾਹਿਬ ਹੈ, ਇਵਨ ਹੀਰਾ ਜੀ ਵੀ, ਉਹਨਾਂ ਨੂੰ ਵੀ ਮੈਂਬਰ ਬਣਾਇਆ ਕਮਿਸ਼ਨ ਦਾ। ਇਵਨ ਆਪਦੇ ਰਿਸ਼ਤੇਦਾਰ ਨੂੰ ਕਾਂਗੜ ਸਾਹਿਬ ਨੇ ਨੌਕਰੀ ਵੀ ਲਵਾਇਆ ਪੁਲਿਸ ਸਰਕਾਰ ਦੇ ਹੁੰਦੇ, ਹੋਰ ਕਿਸੇ ਬੰਦੇ ਨੂੰ ਨੌਕਰੀ ਨਹੀਂ ਲਵਾਇਆ ਹੋਣਾ ਰਾਮਪੁਰਾ ਪੁਲਿਸ। ਸੋ ਇਹ ਲੋਕ ਆਪਦੇ ਵਾਸਤੇ ਪੈਦਾ ਹੋਇਆ। ਰਾਜਾ ਵੜਿੰਗ, ਜੇ ਮੇਰੇ ਤੇ ਗੱਲ ਕਰਨ ਤਾਂ ਮੈਂ 6 ਚੇਅਰਮੈਨ ਬਣਾਏ, ਚਾਹੇ ਉਹ ਜ਼ਿਲ੍ਹਾ ਪ੍ਰੀਸ਼ਦ ਦਾ ਸੀ ਚਾਹੇ ਕਿਸੇ ਦਾ ਸੀ, ਉਹ ਆਮ ਲੋਕਾਂ ਨੂੰ ਮੌਕਾ ਦਿੱਤਾ। ਮਾਰਕੀਟ ਕਮੇਟੀਆਂ ਦੇ ਚੇਅਰਮੈਨ ਬਣਾਏ, ਮੰਡੀ ਬੋਰਡ ਦੇ ਬਣਾਏ, ਕੋਆਪਰੇਟਿਵ ਬੈਂਕ ਦੇ ਬਣਾਏ, ਆਮ ਲੋਕ, ਇੱਕ ਵੀ ਆਪਦਾ ਰਿਸ਼ਤੇਦਾਰ ਨਹੀਂ ਬਣਾਇਆ। ਸੋ ਕਹਿਣ ਦਾ ਭਾਵ ਇਹ ਹੈ ਕਿ ਇਹ ਕੇਵਲ ਆਪਣੇ ਵਾਸਤੇ ਬਣੇ, ਆਪਦੇ ਪਰਿਵਾਰਾਂ ਵਾਸਤੇ ਬਣੇ, ਲੋਕਾਂ ਵਾਸਤੇ ਨਹੀਂ ਬਣੇ। ਇਹਨਾਂ ਨੂੰ ਆਪਦੇ ਘਰੇ ਲੀਡਰੀ ਚਾਹੀਦੀ ਹੈ। ਮੇਰੀ ਬੇਨਤੀ ਹੈ ਇਹੋ ਜਿਹੇ ਲੋਕਾਂ ਨੂੰ ਸਭ ਸਿਖਾਉਣ ਵਾਸਤੇ, ਔਰ ਰਾਜਨੀਤੀ ਦੇ ਵਿੱਚ ਮੈਂ ਸਮਝਦਾ ਕਿ ਨਵਾਂ ਇੱਕ ਪਿਰਤ ਪਾਉਣ ਵਾਸਤੇ ਇਹ ਸਬਕ ਜ਼ਰੂਰ ਸਿਖਾਉਣਾ ਚਾਹੀਦਾ ਇਹੋ ਜਿਹੇ ਲੋਕਾਂ ਨੂੰ, ਇਹੋ ਜਿਹੇ ਲੀਡਰਾਂ ਨੂੰ, ਵੀ ਤੁਸੀਂ ਕਿਤੇ ਚਲੇ ਜਾਓ, ਤੁਹਾਨੂੰ ਪੰਜਾਬ ਦੇ ਲੋਕ ਹੁਣ ਮੂੰਹ ਨਹੀਂ ਲਾਉਣਗੇ। ਕਿਸੇ ਪਾਰਟੀ ਚਲੇ ਜਾਓ, ਕਿਉਂਕਿ ਇਧਰੋਂ ਖਾ ਲਿਆ, ਇਧਰੋਂ ਖਾਇਆ, ਇਧਰੋਂ ਖਾ ਲਿਆ। ਸੋ ਆਮ ਲੋਕਾਂ ਵਾਸਤੇ ਦਰਵਾਜ਼ੇ ਖੁੱਲੇ, ਮੈਂ ਇਹਨੂੰ ਮੌਕਾ ਗਿਣਦਾ। ਰਾਜਾ ਵੜਿੰਗ ਇਸ ਗੱਲ ਨੂੰ ਮੌਕਾ ਦਿੰਦਾ। ਹੋ ਸਕਦਾ ਬਲਬੀਰ ਸਿੰਘ ਸਿੱਧੂ ਇੱਥੇ ਰਹਿੰਦੇ ਤਾਂ ਮੈਂ ਕਿਸੇ ਨੂੰ ਮੋਹਾਲੀ 'ਚ ਖੜਾ ਨਾ ਕਰ ਪਾਉਂਦਾ, ਹੋ ਸਕਦਾ ਰਾਮਪੁਰੇ 'ਚ ਮੈਂ ਕਿਸੇ ਨੂੰ ਖੜਾ ਨਾ ਕਰ ਪਾਉਂਦਾ, ਜਾਖੜ ਸਾਹਿਬ ਦੇ ਇੱਥੇ ਮੈਂ ਹਬੋਰ 'ਚ ਖੜਾ ਨਾ ਕਰ ਪਾਉਂਦਾ।
ਅੱਜ ਇਹ ਸਾਡੇ ਕੋਲ ਮੌਕਾ ਹੈ ਕਿ ਅਸੀਂ ਨੌਜਵਾਨਾਂ ਨੂੰ ਮੌਕਾ ਦੇਵਾਂਗੇ। ਜੇ ਰਾਜਾ ਵੜਿੰਗ 47 ਸਾਲਾਂ ਬਾਅਦ ਗਿੱਦੜਬਾਹੇ ਜਿੱਤ ਸਕਦਾ ਹੈ, ਸੋ ਹਰ ਨੌਜਵਾਨ ਜਿੱਤ ਸਕਦਾ ਹੈ। ਇਹ ਤਾਂ ਹੈ ਨਹੀਂ ਵੀ ਮੋਹਾਲੀ 'ਚ ਕੋਈ ਨੌਜਵਾਨ ਪੈਦਾ ਹੀ ਨਹੀਂ ਹੋਇਆ ਬਲਵੀਰ ਸਿੱਧੂ ਜੀ ਤੋਂ ਬਾਅਦ। ਇਹ ਵੀ ਨਹੀਂ ਹੈ ਵੀ ਕਾਂਗੜ ਸਾਹਿਬ ਤੋਂ ਬਿਨਾ ਕੋਈ ਰਾਮਪੁਰਾ ਫੂਲ 'ਚ ਹੋਰ ਕੋਈ ਬੰਦਾ ਹੀ ਨਹੀਂ ਹੈ, ਜਾਂ ਜਾਖੜ ਪਰਿਵਾਰ ਤੋਂ ਬਿਨਾ ਹੋਰ ਕੋਈ ਬੰਦਾ ਹੀ ਨਹੀਂ ਹੈ। ਲੇਕਿਨ ਇਹਨਾਂ ਲੋਕਾਂ ਨੇ ਉਹਨਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ। ਸੋ ਤੁਹਾਡੀ ਕਿਰਪਾ ਨਾਲ ਬਿਲਕੁਲ ਡੋਲਣਾ ਨਹੀਂ ਹੈ, ਬੰਦੇ 'ਚ ਜਾਨ ਹੋਣੀ ਚਾਹੀਦੀ ਹੈ, ਹਿੰਮਤ। ਉਹ ਕਿਸੇ ਵੀ ਭਾਰ ਨਾਲ ਟੱਕਰਾ ਲੈ ਸਕਦਾ ਹੈ। ਸੋ ਆਪਣੇ 'ਚੋਂ ਹਿੰਮਤ ਤੇ ਹੌਸਲਾ ਹੈਗਾ, ਜਜ਼ਬਾ ਹੈ। ਸੋ ਇੱਥੇ ਬੰਦੇ ਖੜੇ ਕਰਾਂਗੇ। ਸਾਡੇ ਐਮਸੀ ਭਰਾ, ਸਾਡੇ ਸਰਪੰਚ ਭਰਾ, ਬਲਾਕ ਦੇ ਪ੍ਰਧਾਨ, ਤਾਂ ਜੋ ਕਾਂਗਰਸ ਪਾਰਟੀ ਵੀ ਛਾਤੀ ਠੋਕ ਕੇ ਇਹ ਗੱਲ ਕਹਿ ਸਕੇ ਕਿ ਅਸੀਂ 50 ਸਰਪੰਚਾਂ ਨੂੰ ਟਿਕਟਾਂ ਦੇ ਦਿੱਤੀਆਂ, ਅਸੀਂ 25 ਐਮਸੀ ਸਾਹਿਬਾਨਾਂ ਨੂੰ ਟਿਕਟਾਂ ਦੇ ਦਿੱਤੀਆਂ, 15 ਸਾਡੇ ਬਲਾਕ ਦੇ ਪ੍ਰਧਾਨ ਟਿਕਟ ਲੜ ਰਹੇ ਜਿਨ੍ਹਾਂ ਦਾ ਰਾਜਨੀਤਿਕ ਪਿਛੋਕੜ ਨਹੀਂ ਹੈ। ਸੋ ਬਿਲਕੁਲ ਘਬਰਾਉਣਾ ਨਹੀਂ, ਚਿੰਤਾ ਨਹੀਂ ਕਰ। ਇਹ ਇਹਨਾਂ ਨੂੰ ਐਸੇ ਇਕੱਲੇ ਕਰ ਦਿਓ ਕਿ ਇਹ ਰਾਤ ਨੂੰ ਸੁੱਤੇ ਪਏ ਪੱਖਾ ਘੁੰਮਦਾ ਵੇਖ ਕੇ ਇਹ ਘਬਰਾਉਣ ਕਿ ਅਸੀਂ ਕੀਤਾ ਕੀ ਹੈ। ਵੈਸੇ ਧੋਖੇਬਾਜ਼ਾਂ ਨੂੰ ਤਾਂ ਰੱਬ ਵੀ ਮਾਫ ਨਹੀਂ ਕਰਦਾ, ਦਗਾਬਾਜ਼ਾਂ ਨੂੰ ਰੱਬ ਵੀ ਮਾਫ ਨਹੀਂ ਕਰਦਾ। ਕੱਲ ਤੱਕ ਕਾਂਗਰਸ ਪਾਰਟੀ ਨੂੰ ਮਾਂ ਕਹਿਣ ਵਾਲੇ ਅੱਜ ਇਸ ਤਰ੍ਹਾਂ ਦੋਗਲਾ ਨੀਤੀ ਦੇ ਨਾਲ ਪਾਰਟੀ ਨੂੰ ਛੱਡ ਕੇ ਜਾਣਾ, ਇਹ ਕੋਈ ਬਹੁਤੀ ਵਧੀਆ ਗੱਲ ਨਹੀਂ ਹੈ। ਚਿੰਤਾ ਨਾ ਕਰੋ, ਚੰਗੀ ਗੱਲ ਹੈ। ਅਗਰ ਕੋਈ ਹੋਰ ਵੀ ਇਹਨਾਂ ਵਰਗਾ ਸੱਜਣ ਕੋਈ ਪਾਰਟੀ ਨੂੰ ਛੱਡਣਾ ਚਾਹਵੇ, ਇਹ ਮੌਕਾ ਹੈ।